ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਦੀ ਬਖਸ਼ਿਸ਼ ਅਨੁਸਾਰ ਅੱਜ ਆਪਾਂ ਜਿਸ ਸ਼ਬਦ ਦੀ ਵਿਚਾਰ ਕਰਦੇ ਹਾਂ ਉਹ ਸ਼ਬਦ ਹੈ ਵਪਾਰ। ਵਪਾਰ ਮਤਲਬ ਬਿਜ਼ਨਸ। ਅਸੀਂ ਇਸ ਸੰਸਾਰ ਵਿੱਚ ਕੁਝ ਬਿਜ਼ਨਸ ਕਰਦੇ ਹਾਂ ਜਿਹਦੇ ਵਿੱਚ ਅਸੀਂ ਬਿਜ਼ਨਸ ਪਲਾਨ ਲਿਖਦੇ ਹਾਂ ਅਤੇ ਜਿਹਦੇ ਵਿੱਚ ਅਸੀਂ ਕੁਝ ਇਨਵੈਸਟਮੈਂਟ ਪਾਉਂਦੇ ਹਾਂ ਅਤੇ ਕੁਛ ਬੈਂਕ ਤੋਂ ਲੋਨ ਲੈਂਦੇ ਹਾਂ ਅਤੇ ਫਿਰ ਕੋਈ ਕਾਰੋਬਾਰ ਕਰਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਤੂੰ ਖੂਬ ਬਿਜ਼ਨਸ ਕਰ, ਜਿਹੇ ਪ੍ਰਸਾਦ ਬਾਗ ਮਿਲਕ ਧਨਾ। ਤੂੰ ਆਪਣੇ ਬਿਜ਼ਨਸ ਨੂੰ ਗਰੋ ਕਰ, ਬਹੁਤ ਤਰੱਕੀਆਂ ਕਰ, ਰੰਗ ਮਾਣ, ਤੇਰੀ ਜ਼ਿੰਦਗੀ ਵਿੱਚ ਬਹੁਤ ਤਰੱਕੀ ਹੋਵੇ। ਉੱਦਮ ਕਰਿੰਦੇ ਆ, ਉੱਦਮ ਕਰ, ਤੂੰ ਬਿਜ਼ਨਸ ਨੂੰ ਗਰੋ ਕਰ, ਆਪਣੇ ਕਾਰੋਬਾਰ ਨੂੰ ਵਧਾ। ਉੱਦਮ ਕਰਿੰਦਿਆਂ ਜੀਓ ਤੂੰ ਜ਼ਿੰਦਗੀ ਦੇ ਵਿੱਚ ਖੂਬ ਅੱਛਾ ਜੀਵਨ ਰੱਖ। ਤੇਰਾ ਸਟੇਟਸ ਆਫ ਲਾਈਫ ਉੱਚਾ ਹੋਣਾ ਚਾਹੀਦਾ। ਉੱਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ। ਚੰਗੀ ਕਮਾਈ ਕਰ, ਮਿਹਨਤ ਕਰ, ਦੱਬ ਕੇ ਵਾਹ ਤੇ ਰੱਜ ਕੇ ਖਾ। ਕਮਾਵਦਿਆਂ ਸੁੱਖ ਪੁੰਚ, ਪਰ ਉਹਦੇ ਵਿੱਚ ਕਿਤੇ ਤੂੰ ਤੇਰੇ ਅਸਲੀ ਵਪਾਰ ਦਾ ਮਕਸਦ ਨਾ ਭੁੱਲ ਜਾਵੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਅੱਜ ਬਿਜ਼ਨਸ ਦੇ ਬਾਰੇ ਦੱਸਦੇ ਆ, ਵਪਾਰ ਦੇ ਬਾਰੇ ਦੱਸਦੇ ਆ ਕਿ ਦੇਖੀ ਕਿਤੇ ਤੂੰ ਇਹਨਾਂ ਕੰਮਾਂ ਦੇ ਵਿੱਚ ਉਲਝਿਆ ਹੋਇਆ ਜੀਵਨ ਦਾ ਮਕਸਦ ਨਾ ਭੁੱਲ ਜੀ। ਸੋ ਮਹਾਰਾਜ ਨੇ ਸਾਨੂੰ ਦੱਸਣਾ ਕੀਤਾ ਕਿ ਜਿਸ ਵੱਖਰ ਕਉ ਲੈਨ ਤੂੰ ਆਇਆ। ਤੇਰਾ ਇਸ ਜੀਵਨ ਵਿੱਚ ਆਉਣ ਦਾ, ਤੇਰਾ ਇਸ ਸਰੀਰ ਵਿੱਚ ਆਉਣ ਦਾ, ਇਹ ਤੰਦਰੁਸਤ ਦੇਹੀ ਧਾਰਨ ਦਾ, ਇਹਦੇ ਪਿੱਛੇ ਇੱਕ ਮਕਸਦ ਆ। ਉਹ ਮਕਸਦ ਕੀ ਆ ਕਿ ਤੂੰ ਇੱਥੇ ਕੁਛ ਪ੍ਰਾਪਤ ਕਰਨ ਵਾਸਤੇ ਆਇਆ। ਇਸ ਜੀਵਨ ਨੂੰ ਤੂੰ ਸਫਲਾ ਕਰਨ ਵਾਸਤੇ ਆਇਆ। ਜਿਸ ਵੱਖਰ ਭਾਵ ਜਿਹੜਾ ਸੌਦਾ, ਜਿਹੜਾ ਵਣਜ ਤੂੰ ਕਮਾਉਣ ਵਾਸਤੇ ਆਇਆ। ਇੱਥੇ ਤੇਰੇ ਆਉਣ ਦਾ ਕੋਈ ਪਰਪਜ ਆ। ਲੈਣ ਦਾ ਮਤਲਬ ਆਪਾਂ ਕਿਸੇ ਨੂੰ ਭੇਜੀਏ ਕਿ ਫਲਾਣੀ ਦੁਕਾਨ ਤੋਂ ਜਾ ਕੇ ਕੋਈ ਚੀਜ਼ ਲੈ ਕੇ ਆ। ਉਹ ਜਿਹੜਾ ਬੰਦਾ ਜਾਏਗਾ ਉੱਥੋਂ ਚੀਜ਼ ਲਏਗਾ ਜਾਂ ਉਹਨੂੰ ਚੀਜ਼ ਨਹੀਂ ਮਿਲੇਗੀ, ਉਹ ਜਦੋਂ ਫਿਰ ਵਾਪਸ ਆਉਣਾ ਪਏਗਾ ਉਹਨੂੰ। ਆਇਆ ਦਾ ਮਤਲਬ ਇੱਥੇ ਤੂੰ ਹੁਣ ਆਇਆ ਹੋਇਆ, ਪਰ ਭਾਈ ਤੈਨੂੰ ਇੱਕ ਦਿਨ ਜਾਣਾ ਵੀ ਪਊਗਾ। ਜੋ ਆਏਗਾ ਉਹਨੂੰ ਜਾਣਾ ਪਏਗਾ। ਕਿੰਨਾ ਪਿਆਰਾ ਸ਼ਬਦ ਅਸੀਂ ਭੋਗਾਂ ਦੇ ਉੱਤੇ ਲਿਖਦੇ ਹਾਂ, ਭੋਗਾਂ ਦੇ ਕਾਰਡ ਦੇ ਉੱਤੇ ਲਿਖਦੇ ਹਾਂ ਕਿ ਘੱਲਹਿ ਆਵਹਿ ਨਾਨਕਾ ਸੱਦੇ ਉੱਠ ਜਾਏ। ਅਤੇ ਸਾਨੂੰ ਇੱਥੇ ਭੇਜਿਆ ਹੋਇਆ, ਘੱਲਿਆ ਹੋਇਆ, ਆਏ ਹੋਏ ਅਸੀਂ, ਲੈਣ ਆਇਆ। ਇੱਕ ਕਿਸੇ ਵਸਤੂ ਨੂੰ, ਕਿਸੇ ਬਿਜ਼ਨਸ ਨੂੰ, ਕੁਛ ਕਾਰੋਬਾਰ ਕਰਨ ਨੂੰ ਅਸੀਂ ਇੱਥੇ ਆਏ ਹੋਏ ਹਾਂ। ਕੋਈ ਵੱਖਰ ਪ੍ਰਾਪਤ ਕਰਨ ਨੂੰ ਅਸੀਂ ਇਸ ਸੰਸਾਰ ਦੇ ਵਿੱਚ ਸੌਦਾ ਕਰਨ ਆਏ ਹੋਏ ਹਾਂ। ਅਤੇ ਮਹਾਰਾਜ ਕਹਿੰਦੇ ਨੇ ਕਿ ਤੂੰ ਆਇਆ, ਤੂੰ ਇੱਥੇ ਆਇਆ ਹੋਇਆ। ਤੇਰੇ ਕੋਲ ਥੋੜ੍ਹਾ ਜਿਹਾ ਟਾਈਮ ਆ ਸੌਦਾ ਕਰਨ ਦਾ, ਪਰ ਜਿੱਦਾਂ ਉਹਨੇ ਸੱਦਾ ਮਾਰ ਲਿਆ, ਹਾਕ ਮਾਰ ਲਈ, ਤੈਨੂੰ ਆਵਾਜ਼ ਮਾਰ ਲਈ, ਲੈਣ ਤੂੰ ਆਇਆ, ਜਿਹੜਾ ਤੂੰ ਉੱਥੇ ਆਇਆ ਹੋਇਆ ਨਾ, ਘੱਲਿਆ ਹੋਇਆ, ਤੂੰ ਭੇਜਿਆ ਹੋਇਆ। ਘੱਲੇ ਆਵੇ ਨਾਨਕਾ ਸੱਦੇ, ਜਿੱਦਾਂ ਉਹਨੇ ਸੱਦਾ ਮਾਰ ਲਿਆ, ਆਵਾਜ਼ ਮਾਰ ਲਈ, ਤੈਨੂੰ ਬੈਕ ਜਾਣਾ ਪਊਗਾ। ਤੂੰ ਇੱਥੇ ਰਹਿ ਨਹੀਂ ਸਕਦਾ ਉਸ ਤੋਂ ਬਾਅਦ। ਘੱਲੇ ਆਵੇ ਨਾਨਕਾ ਸੱਦੇ ਉੱਠ ਜਾਹੇ। ਅਸੀਂ ਇਹਨੂੰ ਪੜ੍ਹ ਕੇ ਕਈ ਵਾਰੀ ਇਹ ਸੋਚ ਲੈਂਦੇ ਹਾਂ ਚਲੋ ਕੋਈ ਗੱਲ ਨਹੀਂ, ਇਹ ਤਾਂ ਉਹਨਾਂ ਦੇ ਭੋਗ ਦਾ ਕਾਰਡ ਆਇਆ। ਪਰ ਮਹਾਰਾਜ ਕਹਿੰਦੇ ਨਾ ਤੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਆ ਕਰ ਇਹ ਚੀਜ਼ ਨੂੰ, ਅਤੇ ਇਹ ਸਮਝ ਦਿਲ ਵਿੱਚ ਰੱਖਿਆ ਕਰ ਕਿ ਪਾਰੋਸੀ ਕੇ ਜੋ ਹੁਆ। ਇਹ ਨਾ ਸਮਝਿਆ ਕਰ ਵੀ ਪਾਰੋਸੀ ਦੇ ਘਰੇ ਵਸੰਤਰ ਲੱਗੀ ਹੋਈ ਆ ਅਤੇ ਮੇਰੇ ਘਰੇ ਹੀ ਅੱਗ ਲੱਗਣੀ ਆ ਨਾ। ਥੋੜ੍ਹਾ ਜਿਹਾ ਧਿਆਨ ਰੱਖਿਆ ਕਰ। ਅਤੇ ਜੇ ਕੋਈ ਜਾਂਦਾ ਨਾ ਸ਼ਮਸ਼ਾਨ ਨੂੰ ਤਾਂ ਉੱਥੇ ਜਾਇਆ ਕਰ, ਉਹਨਾਂ ਦੇ ਨਾਲ ਦੇਖ ਆਇਆ ਕਰ ਕਿ ਯਾਰ ਇਹ ਕਿੰਨਾ ਸੋਹਣਾ ਜਵਾਨ ਹੁੰਦਾ ਸੀ ਬੰਦਾ, ਹੈ ਨਾ, ਅਤੇ ਇਹਦੇ ਕੋਲ ਕਿੰਨੀ ਪ੍ਰੋਪਰਟੀ ਸੀਗੀ, ਹੈ ਨਾ, ਅਤੇ ਇਹਦੀ ਕਿੰਨੀ ਲੋਕ ਇੱਜ਼ਤ ਕਰਦੇ ਸੀਗੇ। ਮਿਟੇ ਪਸਤੀਓਂ ਸੇ ਨਿਸ਼ਾਂ ਕੈਸੇ ਕੈਸੇ, ਫਨਾ ਹੋ ਗਏ ਪਹਿਲਵਾਨ ਕੈਸੇ ਕੈਸੇ। ਕਿੱਡੇ ਪਹਿਲਵਾਨ ਨੇ ਜਿਹੜੇ, ਕਿੱਡੇ ਨੌਜਵਾਨ ਨੇ ਜਿਹੜੇ ਸਿਆਣੇ ਲੋਕ ਕਹਿੰਦੇ ਕਿ ਉਹ ਫਨਾ ਹੋ ਗਏ, ਇਸ ਸੰਸਾਰ ਵਿੱਚੋਂ ਖਤਮ ਹੋ ਗਏ। ਮਿਟੇ ਪਸਤੀਓਂ ਸੇ ਨਿਸ਼ਾਂ ਕੈਸੇ ਕੈਸੇ,
फना हो गए पहलवां कैसे कैसे, एक पल को जरा तुम जे सोचो इशरत, जमी खा गई नौजवान कैसे कैसे। कोई शक्ति है ਇਹਦੇ ਪਿੱਛੇ ਜਿਹੜੀ ਸਾਨੂੰ ਪੈਦਾ ਕਰਦੀ ਆ, ਜਵਾਨ ਕਰਦੀ ਆ ਤੇ ਇੱਕ ਦਿਨ ਸਾਨੂੰ ਖਤਮ ਕਰ ਦਿੰਦੀ ਆ। ਇਹ ਧਿਆਨ ਰੱਖਿਆ ਕਰ। ਕੀ ਧਿਆਨ ਰੱਖਿਆ ਕਰ? ਪਾਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ। ਇਹ ਕੱਲ੍ਹ ਨੂੰ ਤੇਰੇ ਨਾਲ ਵੀ ਹੋਣਾ। ਇਸ ਗੱਲ ਦਾ ਵੀਰ ਤੂੰ ਧਿਆਨ ਜ਼ਰੂਰ ਰੱਖਿਆ ਕਰ। ਤੇਰੇ ਕੋਲ ਥੋੜ੍ਹਾ ਜਿਹਾ ਸਮਾਂ, ਉਸ ਸਮੇਂ ਦੇ ਵਿੱਚ ਤੂੰ ਕੁਛ ਬਿਜ਼ਨਸ ਕਰਨਾ, ਤੂੰ ਕੁਛ ਗਰੋਥ ਕਰਨੀ ਆ ਆਪਦੇ ਜੀਵਨ ਦੀ। ਇਹ ਜੀਵਨ ਨੂੰ ਉੱਚਾ ਚੁੱਕਣਾ, ਇਹ ਜੀਵਨ ਦੇ ਵਿੱਚ ਕੁਛ ਚੰਗਿਆਈਆਂ ਲੈ ਕੇ ਆਉਣੀਆਂ ਨੇ। ਸੋ ਮਹਾਰਾਜ ਕਹਿੰਦੇ ਨੇ ਕਿ ਜਿਸ ਵੱਖਰ ਕਉ ਲੈਣ ਤੂੰ ਆਇਆ, ਤੂੰ ਇੱਥੇ ਕੁਛ ਲੈਣ ਵਾਸਤੇ ਆਇਆ ਹੋਇਆ। ਇੱਥੇ ਤੂੰ ਕੋਈ ਵੱਖਰ ਪ੍ਰਾਪਤ ਕਰਨ ਵਾਸਤੇ ਆਇਆ, ਸੌਦਾ ਕਰਨ ਵਾਸਤੇ ਆਇਆ ਹੋਇਆ, ਬਿਜ਼ਨਸ ਕਰਨ ਵਾਸਤੇ ਆਇਆ ਹੋਇਆ। ਅਤੇ ਮਹਾਰਾਜ ਕਹਿੰਦੇ ਨੇ ਉਹ ਕੀ ਬਿਜ਼ਨਸ ਆ ਭਾਈ ਤੇਰਾ? ਪਰਪਜ਼ ਆਫ ਦਾ ਲਾਈਫ ਇਜ਼ ਟੂ ਮੀਟ ਗੋਡ। ਇੱਥੇ ਤੇਰਾ ਪਰਪਜ਼ ਆ ਤੇਰੀ ਜ਼ਿੰਦਗੀ ਦਾ, ਉਹ ਕੀ ਆ? ਰਾਮ ਨਾਮ। ਆਹ ਬਿਜ਼ਨਸ ਕਰਨਾ। ਮਹਾਰਾਜ ਕਹਿੰਦੇ ਭਾਈ ਆਹ ਬਿਜ਼ਨਸ ਆ ਤੇਰੇ ਅਸਲੇ ਦਾ ਕਾਰਨ ਇੱਥੇ ਆਉਣ ਦਾ, ਰਾਮ ਨਾਮ। ਅਤੇ ਉਹ ਜਿਹੜੇ ਦੂਜੇ ਬਿਜ਼ਨਸ ਨੇ ਤੈਨੂੰ ਕੋਈ ਹੈਲਪ ਕਰ ਦੋ, ਤੇਰਾ ਭੈਣ ਭਰਾ ਬੈਂਕ ਹੈਲਪ ਕਰ ਦੂਗੀ, ਤੇਰਾ ਬਿਜ਼ਨਸ ਪਲਾਨ ਬਣਾਉਣ ਦੇ ਵਿੱਚ ਕੋਈ ਤੁਹਾਡਾ ਹੋਰ ਵੀਰ ਭਰਾ ਹੈਲਪ ਕਰ ਦੂਗਾ, ਹੈ ਨਾ। ਕੋਈ ਸਪੈਸ਼ਲਿਸਟ ਅਕਾਊਂਟੈਂਟ ਤੁਹਾਡੀ ਹੈਲਪ ਕਰ ਦੂਗਾ, ਹੈ ਨਾ। ਕਿੰਨਾ ਕੁਛ ਕਰ ਦਿੰਦੇ ਨੇ ਸਾਡੀ ਬੈਂਕ ਵਾਲੇ, ਕਈ ਵਾਰੀ ਸਾਨੂੰ ਹੈਲਪ ਕਰ ਦਿੰਦੇ ਨੇ। ਪਰ ਇੱਥੇ ਜਿਹੜੇ ਸਾਡੀ ਹੈਲਪ ਕਰੂਗਾ ਨਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਜਿਹੜਾ ਇਹ ਬਿਜ਼ਨਸ ਪਲਾਨ ਆ ਸਾਡਾ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਤਿਆਰ ਕਰਾਉਣਗੇ। ਭਾਈ ਰਾਮ ਨਾਮ ਕਿੱਥੇ ਮਿਲੂਗਾ? ਸੰਤਾਂ ਦੇ ਘਰ ਵਿੱਚ। ਕਿੱਥੇ ਮਿਲੂਗਾ? ਸੰਗਤ ਦੇ ਘਰ ਵਿੱਚ। ਕਿੱਥੇ ਮਿਲੂਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੀ ਅਗਵਾਈ ਦੇ ਵਿੱਚ। ਰਾਮ ਨਾਮ ਸੰਤਨ ਘਰ ਪਾਇਆ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਇਹ ਇੱਕੋ ਹੀ ਬੈਂਕ ਆ ਜਿੱਥੋਂ ਇਹ ਚੀਜ਼ ਮਿਲਦੀ ਆ। ਰਾਮ ਨਾਮ ਸੰਤਨ ਘਰ ਪਾਇਆ। ਅਤੇ ਬਾਕੀ ਬਿਜ਼ਨਸਾਂ ਦੇ ਵਿੱਚ ਤੈਨੂੰ ਬਾਹਰੋਂ ਕਿਤੋਂ ਨਾ ਕਿਤੋਂ ਕੋਈ ਹੈਲਪ ਜ਼ਰੂਰ ਮਿਲ ਜੇਗੀ। ਅਤੇ ਇਹਦਾ ਕੁਛ ਤੈਨੂੰ ਨਾ, ਇਹਦੇ ਵਾਸਤੇ ਤੈਨੂੰ ਕੁਛ ਤੇਰਾ ਕ੍ਰੈਡਿਟ ਚੈੱਕ ਹੋਣਾ। ਜਿਵੇਂ ਦੇਖਿਆ ਜਾਂਦਾ ਕਿ ਇਹਨੇ ਪਿੱਛੇ ਜਿਹੜਾ ਇਹਦਾ ਹਿਸਾਬ ਕਿਤਾਬ ਆ ਬੰਦੇ ਦਾ ਬੈਂਕ ਦੇ ਵਿੱਚ ਕਿੱਦਾਂ ਚੱਲਦਾ ਆ, ਇਹਨੇ ਕਦੇ ਕੋਈ ਪੇਮੈਂਟ ਤਾਂ ਨਹੀਂ ਮਿਸ ਕੀਤੀ ਹੈਗੀ, ਜਾਂ ਕਦੇ ਇਹਨੇ ਕੋਈ ਬੈਂਕਰਪਸੀ ਤਾਂ ਨਹੀਂ ਫਾਈਲ ਕੀਤੀ ਹੋਈ ਹੈਗੀ। ਅਤੇ ਉੱਥੇ ਫਿਰ ਮਹਾਰਾਜ ਤੇਰਾ ਇਹ ਅਕਾਊਂਟ ਦੇਖਣਗੇ ਭਾਈ, ਤਾਂ ਉਹਦੇ ਵਿੱਚ ਤੈਨੂੰ ਕੁਛ ਚੀਜ਼ਾਂ ਉਹ ਸਮਝਾਉਣਗੇ ਕਿ ਭਾਈ ਤੇਰੇ ਆਹ ਚੀਜ਼ਾਂ ਨੇ, ਅਤੇ ਆਹ ਸਾਰਾ ਪੇਪਰ ਵਰਕ ਫਿਨਿਸ਼ ਕਰ ਦੇ ਅਤੇ ਤੈਨੂੰ ਬਿਜ਼ਨਸ ਮਿਲ ਜੇਗਾ। ਤਾਂ ਉਹ ਕਿਹੜੀ ਚੀਜ਼ ਆ? ਮਹਾਰਾਜ ਨੇ ਪਹਿਲਾਂ ਦੱਸਿਆ ਕਿ ਤੈਨੂੰ ਬਿਜ਼ਨਸ ਲੈਣ ਦੇ ਵਾਸਤੇ ਇਹ ਜਿਹੜਾ ਰਾਮ ਨਾਮ ਆ, ਇਹਦਾ ਵਪਾਰ ਕਰਨ ਦੇ ਵਾਸਤੇ ਤੈਨੂੰ ਇੱਕ ਚੀਜ਼ ਦਾ ਮੁੱਲ ਵੱਟਣਾ ਪਊਗਾ। ਉਹ ਕੀ ਚੀਜ਼ ਆ ਮੁੱਲ? ਉਹ ਹੈਗਾ ਤੇਰਾ ਮਨ। ਤਜ ਅਭਿਮਾਨ ਲੇਹੋ ਮਨ ਮੋਲ। ਮਨ ਦਾ ਮੁੱਲ ਆ ਇਹ, ਮਨ ਦਾ ਮੁੱਲ ਆ। ਕਿਉਂਕਿ ਮਨ ਕੀ ਆ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਇੱਕ ਪਰਮਾਤਮਾ ਦਾ ਅੰਸ਼ ਆ, ਪਰ ਇਹਦੇ ਉੱਤੇ ਕਬਜ਼ਾ ਕੀਤਾ ਹੋਇਆ ਅਭਿਮਾਨ ਨੇ, ਹੰਕਾਰ ਨੇ ਕਬਜ਼ਾ ਕੀਤਾ ਹੋਇਆ, ਕਾਮ ਨੇ ਕਬਜ਼ਾ ਕੀਤਾ ਹੋਇਆ, ਲੋਭ ਨੇ ਕਬਜ਼ਾ ਕੀਤਾ ਹੋਇਆ, ਮੋਹ ਨੇ ਕਬਜ਼ਾ ਕੀਤਾ ਹੋਇਆ, ਈਰਖਾ ਅਤੇ ਦਵੈਸ਼ ਨੇ ਕਬਜ਼ਾ ਕੀਤਾ ਹੋਇਆ। ਇਸ ਕਰਕੇ ਇਹਦਾ ਕੌਡੀ ਮੁੱਲ ਨਹੀਂ ਹੈਗਾ। ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਾਡੇ 'ਤੇ ਇੱਕ ਬਹੁਤ ਵੱਡਾ ਤਰਸ ਆ ਕਿ ਉਹ ਇੱਦਾਂ ਬਾਣੀ ਵਿੱਚ ਸਾਨੂੰ ਗੱਲਾਂ ਸਮਝਾਉਂਦੇ ਆ, ਬਾਤਾਂ ਸਮਝਾਉਂਦੇ ਆ ਕਿ ਜੇ ਤੂੰ ਥੋੜ੍ਹੀ ਜਿਹੀ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਅਰਦਾਸ ਬੇਨਤੀ ਕਰੇ ਨਾ, ਤਾਂ ਤੇਰਾ ਬਹੁਤ ਵੱਡਾ ਭਲਾ ਹੋ ਸਕਦਾ ਆ। ਪਰ ਉਹਦੇ ਲਈ ਤੈਨੂੰ ਆਹ ਮੁੱਲ ਲੈਣਾ ਪਊਗਾ ਮਨ ਦਾ। ਪਰ ਮਨ ਉੱਤੇ ਹੁਣ ਇਹਨਾਂ ਚੀਜ਼ਾਂ ਦਾ ਕਬਜ਼ਾ ਆ। ਮਹਾਰਾਜ ਕਹਿੰਦੇ ਨੇ ਕਿ ਤਜ ਅਭਿਮਾਨ, ਆਹ ਚੀਜ਼ਾਂ ਨੂੰ ਘਰੋਂ ਕੱਢ। ਹੰਕਾਰ ਨੂੰ ਛੱਡ, ਲੋਭ ਨੂੰ ਛੱਡ, ਕਾਮ ਕ੍ਰੋਧ ਨੂੰ ਛੱਡ, ਲੇਹੋ ਮਨ ਮੋਲ। ਅਤੇ ਇਹਦੇ ਨਾਲ ਤੇਰੇ ਮਨ ਦਾ ਕੁਝ ਮੁੱਲ ਪਏਗਾ। ਉਹ ਜਦੋਂ ਤੂੰ ਇਹਨਾਂ ਚੀਜ਼ਾਂ ਨੂੰ ਜਿਵੇਂ ਤੂੰ ਤਿਆਗਦਾ ਜਾਏਗਾ, ਉਵੇਂ ਮਹਾਰਾਜ ਕਹਿੰਦੇ ਰਾਮ ਨਾਮ ਤੇਰੇ ਹਿਰਦੇ ਵਿੱਚ ਰਾਮ ਨਾਮ ਦਾ ਤੋਲ ਵੱਧਦਾ ਜਾਏਗਾ। ਜਿਵੇਂ ਤੂੰ ਇਹਨਾਂ ਚੀਜ਼ਾਂ ਨੂੰ ਘਟਾਉਂਦਾ ਜਾਏਗਾ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ, ਉਵੇਂ ਭਾਈ ਤੇਰੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਨਾ ਤੋਲ ਦਾ ਮਤਲਬ ਹੋ ਗਿਆ
ਭਾਰ ਵਧਣਾ, ਤੇ ਦੂਜਾ ਤੋਲ ਦਾ ਅਰਥ ਹੁੰਦਾ ਵਿਚਾਰ ਵਧਣਾ। ਉਵੇਂ ਉਵੇਂ ਤੇਰੇ ਹਿਰਦੇ ਵਿੱਚ ਪਰਮਾਤਮਾ ਦੇ ਵਿਚਾਰ ਵੱਧਦੇ ਜਾਣਗੇ, ਜਿਵੇਂ ਜਿਵੇਂ ਤੂੰ ਆਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਘਟਾਉਂਦਾ ਜਾਏਗਾ, ਅਰਦਾਸ ਕਰਦਾ ਜਾਏਗਾ ਕਿ ਮਹਾਰਾਜ ਮੈਨੂੰ ਆਪ ਜੀ ਦੀ ਮੱਤ ਬਖਸ਼ਿਸ਼ ਕਰੋ। ਸੋ ਗੁਰੂਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਲਾਦ ਖੇਪ, ਇਹ ਸੰਗਤ ਦੇ ਵਿੱਚੋਂ ਤੈਨੂੰ ਮਿਲੂਗੀ ਚੀਜ਼। ਕਿੱਥੋਂ ਮਿਲੇਗੀ? ਸੰਗਤ ਦੇ ਵਿੱਚੋਂ। ਲਾਦ, ਲਾਦ ਦਾ ਮਤਲਬ ਲੱਦ ਲੈਣਾ। ਕੀ ਲੱਦਣਾ? ਖੇਪ। ਖੇਪ ਦਾ ਮਤਲਬ ਪੂੰਜੀ, ਰਾਸ, ਧਨ, ਦੌਲਤ। ਕਿੱਦਾਂ ਲੱਦਣੀ ਆ? ਕਿੱਥੋਂ ਮਿਲਣੀ ਆ? ਇਹ ਸੰਤ ਹੈ ਸੰਗ ਚਾਲ, ਇਹ ਤੈਨੂੰ ਸੰਗਤ ਦੀ ਚਾਲ ਵਿੱਚੋਂ ਲੱਭਣੀ ਆ। ਇਹ ਕਿੱਥੋਂ ਲੱਭਣੀ ਆ? ਸੰਗਤ ਦੇ ਵਿੱਚੋਂ ਲੱਭਣੀ ਆ, ਜਿਹੜੀ ਸੰਗਤ ਪਹਿਲਾਂ ਜੁੜੀ ਹੋਈ ਆ। ਅਜੇ ਜੇ ਤੇਰੇ ਮਨ ਵਿੱਚ ਕਦੇ ਗੁਰੂ ਨੂੰ ਮਿਲਣ ਦਾ ਵਿਚਾਰ ਨਹੀਂ ਆਉਂਦਾ ਨਾ, ਪਰਮਾਤਮਾ ਨੂੰ ਮਿਲਣ ਦਾ ਵਿਚਾਰ ਨਹੀਂ ਆਉਂਦਾ, ਤਾਂ ਸੰਗਤ ਦੇ ਵਿੱਚ ਜਾ ਕੇ ਬਹਿ ਜਾ ਕਰ। ਉਸ ਔਰੇ ਨੇ, ਉਸ ਸੰਗਤ ਦੇ ਵਾਤਾਵਰਨ ਨੇ ਤੇਰੇ ਮਨ ਦੀਆਂ ਤਰੰਗਾਂ ਨੂੰ ਬਦਲ ਦੇਣਾ ਆ। ਦੂਜਾ ਅਰਥ ਕੀ ਬਣ ਗਿਆ? ਲਾਦ ਖੇਪ, ਸੰਤ ਹੈ ਸੰਗ ਚਾਲ। ਸੰਤਾਂ ਤੋਂ ਪੁੱਛਦਾ ਰਿਹਾ ਕਰ ਕਿ ਮਹਾਰਾਜ ਜੀ ਆਹ ਕਿੱਦਾਂ ਗੱਲ ਆ, ਬਾਬਾ ਜੀ ਆਹ ਕਿੱਦਾਂ ਗੱਲ ਆ, ਆਹ ਗੱਲ ਮੈਨੂੰ ਸਮਝ ਨਹੀਂ ਲੱਗੀ। ਦੂਜਿਆਂ ਤੋਂ ਪੁੱਛਦਾ ਰਿਹਾ ਕਰ, ਮਨ ਨੂੰ ਨੀਵਾਂ ਰੱਖ ਕੇ, ਨਿਮਰ ਰੱਖ ਕੇ ਦੂਜਿਆਂ ਦੀ ਸਲਾਹ ਮੱਤ ਸੁਣਦਾ ਰਿਹਾ ਕਰ। ਆਹ ਅਵਰ ਤਿਆਗ ਵਿਖਿਆ ਜੰਜਾਲ। ਤੇ ਮਹਾਰਾਜ ਕਹਿੰਦੇ ਨੇ ਕਿ ਇਹਦਾ ਮੁੱਲ ਕੀ ਆ? ਅਵਰ। ਅਵਰ ਹੁੰਦਾ ਜਿਹੜੀਆਂ ਤੇ ਤੂੰ ਵਾਧੂ ਹੀ ਨੈਗੇਟਿਵ ਸੋਚਾਂ ਇਕੱਠੀਆਂ ਕਰੀਆਂ ਹੁੰਦੀਆਂ ਨੇ, ਬਿਨਾਂ ਮਤਲਬ ਤੋਂ ਵਿਸ਼ੇ ਵਿਕਾਰਾਂ ਦੇ ਵਿਚਾਰ ਉਹੀ ਦਿਮਾਗ ਵਿੱਚ ਚੱਲੀ ਜਾਂਦੇ ਨੇ। ਅਵਰ ਤਿਆਗ, ਇਹਨੂੰ ਛੱਡੇਗਾ ਤੇ ਨਾਲ ਤੇਰਾ ਮੁੱਲ ਕੀ ਵਧੂਗਾ? ਜਦੋਂ ਤੂੰ ਵਿਸ਼ਿਆਂ ਨੂੰ ਛੱਡੇਗਾ, ਅਭਿਮਾਨ ਨੂੰ ਛੱਡੇਗਾ। ਤੇ ਮਹਾਰਾਜ ਕਹਿੰਦੇ ਨੇ ਇਹ ਵਿਖਿਆ ਜੰਜਾਲ। ਜੰਜਾਲ ਕੀ ਹੁੰਦਾ? ਜੰਜਾ ਜਮਾ ਆਲ। ਜੰਜਾ ਜਮਾ ਆਲ, ਆਲ ਹੁੰਦਾ ਘਰ, ਜੰਜਾ ਹੁੰਦਾ ਜੰਜੀਰ। ਇਹ ਜਿਹੜੀ ਵਿਖਿਆ, ਇਹ ਤੈਨੂੰ ਜੰਜੀਰਾਂ ਪਾਈ ਜਾਂਦੀ ਆ। ਇਹ ਵਿਖਿਆ ਦੇ ਵਿਚਾਰ ਨੇ ਜਿਹੜੇ ਤੈਨੂੰ ਜੰਜੀਰਾਂ ਪਾਈ ਜਾਂਦੇ ਨੇ। ਪ੍ਰੋਬਲਮ ਕੁਛ ਨਹੀਂ ਹੈਗੀ ਆ, ਪ੍ਰੋਬਲਮ ਮਹਾਰਾਜ ਕਹਿੰਦੇ ਨੇ ਕਿ ਤੂੰ ਆਪਦੇ ਵਿਚਾਰਾਂ ਦੇ ਵਿੱਚ ਆਪ ਹੀ ਫਸਿਆ ਹੋਇਆ। ਤੇ ਸਿਆਣੇ ਜਿਹੜੇ ਲੋਕ ਨੇ ਉਹ ਇਹ ਕਹਿੰਦੇ ਆ ਕਿ ਮੈਨ ਇਜ਼ ਬੋਰਨ ਫਰੀ। ਇੱਕ ਆਦਮੀ ਜੰਮਦਾ ਤਾਂ ਕਹਿੰਦੇ ਵੀ ਫਰੀ ਆ, ਫਰੀ ਹੋਣ ਵਾਸਤੇ ਜੰਮਦਾ ਆ, ਪਰ ਹੋਲ ਲਾਈਫ ਉਹ ਬੰਦਾ ਹੀ ਸਟੇਜ ਇਨਟੂ ਦਾ ਸ਼ੈਕਲਸ ਆਫ ਹਿਸ ਥਾਟਸ। ਉਹ ਆਪਦੇ ਵਿਚਾਰਾਂ ਦੀਆਂ ਸ਼ੈਕਲਸ, ਜੰਜੀਰਾਂ ਦੇ ਵਿੱਚ ਫਸਿਆ ਰਹਿੰਦਾ ਆ। ਮਹਾਰਾਜ ਕਹਿੰਦੇ ਨੇ ਕਿ ਅਵਰ ਤਿਆਗ, ਆ ਜਿਹੜੇ ਤੇਰੇ ਵਾਧੂ ਦੇ ਨੈਗੇਟਿਵ ਵਿਚਾਰ ਨੇ, ਉਂਝੀ ਤੂੰ ਬੈਠਾ ਬੈਠਾ ਸੋਚਦਾ ਰਹਿਣਾ, ਬਿਨਾਂ ਮਤਲਬ ਤੋਂ ਹੀ ਤੂੰ ਕਲਪਦਾ ਰਹਿਣਾ। ਇਹ ਭਾਈ ਵਿਖਿਆ ਦੇ ਜੰਜਾਲ। ਜੰਜਾਲ ਹੋ ਗਏ ਜੰਜੀਰਾਂ। ਜੰਜੀਰਾਂ ਨੂੰ ਤੋੜਨਾ ਕਰ। ਕਿੱਥੋਂ ਕਰ ਤੋੜਨਾ? ਆਹ ਚੀਜ਼ ਕਰਕੇ। ਕੀ ਚੀਜ਼ ਕਰਕੇ? ਸੰਤਾਂ ਦੀ ਸੰਗਤ ਵਿੱਚ ਜਾ ਕੇ, ਸੰਤਾਂ ਦੀ ਖੇਪ ਵਿੱਚ ਜਾ ਕੇ। ਮਹਾਰਾਜ ਕਹਿੰਦੇ ਭਾਈ ਇਹ ਲੱਦਣੀ ਕਰ। ਧੰਨ ਧੰਨ ਕਹੇ ਸਭ ਕੋਏ। ਜਦੋਂ ਤੂੰ ਉਸ ਰਸਤੇ ਨੂੰ ਚੱਲੇਗਾ ਤਾਂ ਹਰੇਕ ਦੇ ਮੁੱਖ 'ਚੋਂ ਤੇਰੇ ਲਈ ਅਸੀਸ ਨਿਕਲੇਗੀ। ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਦਾਤ ਆ, ਉਹ ਕਿਸੇ ਦੇ ਹਿਰਦੇ ਦੀ ਅਸੀਸ ਆ ਇਸ ਵਰਲਡ ਦੇ ਵਿੱਚ। ਤੇ ਅਰਦਾਸ ਆ। ਮਹਾਰਾਜ ਕਹਿੰਦੇ ਧੰਨ ਧੰਨ। ਜਦੋਂ ਕੋਈ ਤੈਨੂੰ ਧੰਨ ਕਹਿੰਦਾ ਆ, ਤੇਰੇ ਪ੍ਰਤੀ ਕੋਈ ਰੂਹ ਅਸੀਸ ਦਿੰਦੀ ਆ, ਤੇ ਮਹਾਰਾਜ ਕਹਿੰਦੇ ਨੇ ਕਿ ਤੇਰਾ ਭਾਰਾ ਹੋ ਜਾਂਦਾ ਪੱਲੜਾ। ਪਰਮਾਤਮਾ ਸਾਨੂੰ ਅਸੀਸ ਦੇ ਰੂਪ ਵਿੱਚ ਮਿਲਦਾ ਆ। ਰਾਮ ਨਾਮ ਹਿਰਦੇ ਮਹਿ ਤੋਲ। ਤੇਰੇ ਹਿਰਦੇ ਵਿੱਚ ਰਾਮ ਦੇ ਨਾਮ ਦਾ ਤੋਲ ਵੱਧਦਾ ਜਾਏਗਾ। ਧੰਨ ਧੰਨ ਕਹੇ ਸਭ ਕੋਏ। ਜਿਹੜਾ ਵੀ ਮਿਲੂਗਾ ਨਾ, ਉਹ ਤੁਹਾਨੂੰ ਕੁਛ ਨਾ ਕੁਛ ਦੇਏਗਾ, ਚੰਗੀ ਅਸੀਸ ਦੇਏਗਾ। ਮਹਾਰਾਜ ਕਹਿੰਦੇ ਧੰਨ ਧੰਨ ਕਹੇ ਸਭ ਕੋਏ। ਇਹਦੇ ਨਾਲ ਕੀ ਹੋਏਗਾ? ਇੱਥੇ ਧੰਨ ਧੰਨ ਮੁਖ ਉਜਲ। ਉਜਲ ਕੀ ਹੁੰਦਾ? ਨਿਰਮਲ। ਤੇ ਇਹ ਅਸੀਸਾਂ ਨੇ ਤੇਰੀ ਲੱਗੀ ਹੋਈ ਮੈਲ ਨੂੰ, ਵਿਖਿਆ ਦੇ ਜੰਜਾਲਾਂ ਨੂੰ ਕੱਟ ਦੇਣਾ। ਤੇ ਤੇਰੇ ਹਿਰਦੇ ਵਿੱਚ ਜਿਹੜੇ ਇਹ ਵਿਕਾਰ ਸੀਗੇ, ਆਹ ਮਨ ਦੇ ਵਿੱਚ ਲੋਭ ਸੀਗਾ, ਹੰਕਾਰ ਸੀਗਾ, ਮੋਹ ਸੀਗਾ, ਜਿਨ੍ਹਾਂ ਨੇ ਮਨ ਨੂੰ ਸ਼ੈਕਲ, ਜੰਜੀਰਾਂ ਪਾਈਆਂ ਹੋਈਆਂ ਸੀਗਾ, ਮਹਾਰਾਜ ਕਹਿੰਦੇ ਜਿਵੇਂ ਜਿਵੇਂ ਉਹ ਜੰਜੀਰਾਂ ਖੁੱਲ੍ਹਦੀਆਂ ਜਾਣਗੀਆਂ, ਕਿਸੇ ਦੀ ਅਸੀਸ, ਕਿਸੇ ਦਾ ਆਸ਼ੀਰਵਾਦ, ਕਿਸੇ ਦੇ ਐਨਕਰੇਜਿੰਗ ਵਰਡ ਤੇਰੀ ਜ਼ਿੰਦਗੀ ਵਿੱਚ ਵਰਕ ਕਰਨ ਲੱਗ ਜਾਣਗੇ। ਮਹਾਰਾਜ ਕਹਿੰਦੇ ਧੰਨ ਧੰਨ ਕਹੇ ਸਭ ਕੋਏ ਮੁਖ ਉਜਲ। ਜਿਵੇਂ ਜਿਵੇਂ ਹਿਰਦੇ 'ਚ ਬਿਮਾਰੀ ਘਟਦੀ ਜਾਏਗੀ, ਹੈ ਨਾ, ਜਿਵੇਂ ਜਿਵੇਂ ਮਨ ਹਲਕਾ ਹੁੰਦਾ ਜਾਏਗਾ, ਮੁਖ
ਉੱਜਲ, ਮੁੱਖ ਦੇ ਉੱਤੇ ਰੌਣਕ ਆਉਂਦੀ ਜਾਏਗੀ, ਮੁੱਖ ਦੇ ਉੱਤੇ ਉਤਸ਼ਾਹ ਆਉਂਦਾ ਜਾਏਗਾ, ਮੁੱਖ ਦੇ ਉੱਤੇ ਇੱਕ ਗ੍ਰੇਸਫੁਲਨੈਸ ਆਉਂਦੀ ਜਾਏਗੀ, ਮੁੱਖ ਦੇ ਉੱਤੇ ਇੱਕ ਚਮਕ ਆਉਂਦੀ ਜਾਏਗੀ। ਮਹਾਰਾਜ ਕਹਿੰਦੇ ਨੇ ਕਿ ਜਦੋਂ ਕੋਈ ਹਿਰਦਾ ਤੰਦਰੁਸਤ ਹੁੰਦਾ ਉਹਦੇ ਮੁੱਖ ਦੇ ਉੱਤੇ ਇੱਕ ਲਾਲੀ ਆਉਂਦੀ ਆ। ਗੁਰਮੁਖ ਲਾਲੋ ਲਾਲ ਹੈ, ਮੁੱਖ ਉੱਜਲ ਹੁੰਦਾ ਜਾਏਗਾ ਤੇਰਾ। ਤੇ ਇਹ ਉੱਜਵਲ ਦੀ ਹਰ ਦਰਗਹਿ ਸੋਏ ਹੁੰਦੀ ਹੈ ਜੀ, ਜਿਹੜੀ ਸਾਡੇ ਜੀਵਨ ਦੇ ਵਿੱਚੋਂ ਇੱਕ ਜੀਵਨ ਦੀ ਕਮਾਈ ਦੇ ਵਿੱਚੋਂ ਇੱਕ ਆਭਾ ਪ੍ਰਗਟ ਹੁੰਦੀ ਆ, ਪ੍ਰਕਾਸ਼ ਪੈਦਾ ਹੁੰਦਾ ਆ। ਜਾਂ ਦੂਜੇ ਭਾਵਾਰਥਾਂ ਵਿੱਚ ਇਹਨੂੰ ਆਪਾਂ ਸੋਏ ਨੂੰ ਖਬਰ ਵੀ ਕਹਿ ਦਿੰਦੇ ਹਾਂ, ਜਿਵੇਂ ਕਿ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ, ਤੇ ਇੱਕ ਦਿਨ ਸਹੁਰੇ ਵੰਜਣਾ ਨਿੱਤ ਨਾ ਪਈਆ ਹੋਏ, ਹੈ ਨਾ। ਮੁੱਖ ਉੱਜਲ ਹਰ ਦਰਗਹਿ ਸੋਏ। ਮਹਾਰਾਜ ਕਹਿੰਦੇ ਨੇ ਕਿ ਜੇ ਤੂੰ ਇਹ ਖੇਪ ਇਹ ਬਿਜ਼ਨਸ ਕਰਕੇ ਜਾਵੇਂਗਾ ਨਾ, ਤੇ ਮਹਾਰਾਜ ਕਹਿੰਦੇ ਭਾਈ ਮੈਂ ਤੇਰੇ ਤੋਂ ਆਪਦੇ ਆਪ ਨੂੰ ਬਲਿਹਾਰ ਕਰਦਾ ਆਂ। ਇਹੋ ਵਪਾਰ ਬਿਰਲਾ ਵਪਾਰੇ। ਕੋਈ ਹੈਗਾ ਤੁਹਾਡੇ ਵਿੱਚੋਂ ਕਿ ਇਹ ਵਪਾਰ ਕਰੇ, ਪਰਮਾਤਮਾ ਦੇ ਰਸਤੇ ਦਾ ਵਪਾਰ ਕਰੇ, ਗੁਰੂ ਦੇ ਨਾਮ ਦੀ ਕਮਾਈ ਦਾ ਵਪਾਰ ਕਰੇ? ਇਹੋ ਵਪਾਰ ਕੋਈ ਹੈਗਾ ਕਰਨ ਵਾਲਾ? ਸਾਨੂੰ ਕੁਐਸਚਨ ਕਰਦੇ ਆ ਮਹਾਰਾਜ ਕਿ ਕੋਈ ਹੈਗਾ ਤੁਹਾਡੇ ਵਿੱਚੋਂ ਕਰਨ ਵਾਲਾ? ਪੜ੍ਹਦੇ ਹੋ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਾ ਲੈਂਦੇ ਹੋ ਕਿਸੇ ਖੁਸ਼ੀ ਵੇਲੇ, ਚਲੋ ਸੁਖਮਨੀ ਸਾਹਿਬ ਦਾ ਪਾਠ ਕਰਵਾ ਲਈਏ। ਪਰ ਮਹਾਰਾਜ ਸਾਨੂੰ ਕਿੰਨੇ ਕੁਐਸਚਨ ਕਰਦੇ ਆ ਇਹਦੇ ਵਿੱਚ। ਇਹੋ ਵਪਾਰ, ਇਹ ਵਪਾਰ ਆ ਜਿਹੜਾ ਇਹ ਹੈ ਨਾ, ਕੋਈ ਹੈਗਾ? ਜੇ ਹੈਗਾ ਬਿਰਲਾ ਆ ਜਾਓ ਮੇਰੇ ਕੋਲੇ, ਆ ਜਾਓ, ਮੈਂ ਦੱਸਦਾ ਤੁਹਾਨੂੰ ਇਹ ਬਿਜ਼ਨਸ ਕਿੱਦਾਂ ਗਰੋ ਹੁੰਦਾ ਆ। ਇਹ ਸਾਰੀ ਸੁਖਮਨੀ ਸਾਹਿਬ ਮਹਾਰਾਜ ਕਹਿੰਦੇ ਮੈਂ ਭਾਈ ਤੁਹਾਡੇ ਬਿਜ਼ਨਸ ਨੂੰ ਗਰੋ ਕਰਨ ਵਾਸਤੇ ਲਿਖੀ ਆ। ਸੋ ਬਾਬਾ ਜੀ ਕਹਿੰਦੇ ਨੇ ਕਿ ਇਹੋ ਵਪਾਰ ਬਿਰਲਾ ਕੋਈ ਵਪਾਰ ਕਰਦਾ, ਇਹੋ ਵਪਾਰ ਬਿਰਲਾ ਵਪਾਰੇ, ਵਪਾਰ ਦੇ ਵਿੱਚ ਆਉਂਦਾ, ਖਰੀਦ ਕਰਦਾ। ਕਾਹਦੀ ਖਰੀਦ ਕਰਦਾ? ਆ ਨਾਮ ਦੀ, ਰਾਮ ਨਾਮ ਹਿਰਦੈ ਮਹਿ ਤੋਲ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵੀ ਨਹੀਂ, ਦੁਨੀਆ ਤਾਂ ਨਾ ਮੇਰੇ ਕੋਲੋਂ ਉਹੀ ਚੀਜ਼ਾਂ ਮੰਗ ਲੈਂਦੀ ਆ ਜਿਹੜੀਆਂ ਕਈ ਵਾਰੀ ਮੈਂ ਉਂਝ ਹੀ ਰੂੰਗੇ 'ਚ ਦੇ ਦੇਣੀਆਂ ਹੁੰਦੀਆਂ ਨੇ। ਜਦੋਂ ਕੋਈ ਪਰਮਾਤਮਾ ਦੇ ਨਾਮ ਤੇ ਰਸਤੇ ਤੇ ਚੱਲੇਗਾ, ਬਹੁਤ ਸਾਰੀਆਂ ਚੀਜ਼ਾਂ ਮੈਂ ਉਂਝ ਹੀ ਉਹਦੇ ਪਿੱਛੇ ਲਾ ਦੇਣੀਆਂ ਨੇ, ਭਈ ਆ ਤੂੰ ਆ ਤੇਰੀ ਸੇਵਾ ਦੇ ਲਈ ਲੱਗਣਗੀਆਂ। ਇਹੋ ਵਪਾਰ ਬਿਰਲਾ ਵਪਾਰ ਹੈ, ਨਾਨਕ ਤਾਕੈ ਸਦ ਬਲਿਹਾਰੇ। ਮੈਂ ਭਾਈ ਆਪਦੇ ਆਪ ਨੂੰ ਉਸ ਵਪਾਰ ਕਰਨ ਵਾਲੇ ਦੇ ਉੱਤੋਂ ਕੁਰਬਾਨ ਕਰਦਾ, ਤੇ ਮੈਂ ਉਹਦੀ ਮਦਦ ਦੇ ਵਿੱਚ, ਉਹਦੇ ਹਰ ਕੰਮ ਦੇ ਵਿੱਚ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹਨਾਂ ਦੇ ਫਿਰ ਕੰਮ ਭਾਈ ਮੈਂ ਖੁਦ ਕਰਦਾ ਆਂ। ਕੋਈ ਹੈ ਵਪਾਰੀ? ਜੇ ਕੋਈ ਹੈਗਾ ਆ ਤਾਂ ਮਹਾਰਾਜ ਕਹਿੰਦੇ ਭਾਈ ਆਓ, ਮੈਂ ਕਰੂੰਗਾ ਤੁਹਾਡੀ ਹੈਲਪ, ਮੈਂ ਤੁਹਾਨੂੰ ਦੱਸੂੰਗਾ ਕਿੱਦਾਂ ਬਿਜ਼ਨਸ ਪਲਾਨ ਆ ਤੇ ਕਿੱਦਾਂ ਗਰੋਥ ਕਰਨਾ ਇਸ ਨਾਮ ਨੂੰ, ਹੈ ਨਾ। ਮਹਾਰਾਜ ਕਿਰਪਾ ਕਰਨ ਕਿ ਸਾਨੂੰ ਇਹਨਾਂ ਦੇ ਵਿੱਚ ਲੈ ਕੇ ਆਉਣ, ਵਿਰਲਿਆਂ ਦੇ ਵਿੱਚ। ਜਗ ਮਹਿ ਉੱਤਮ ਕਾਢੀਐ ਵਿਰਲੇ ਕੇਈ ਕੇ। ਹੇ ਮਹਾਰਾਜ, ਸਾਨੂੰ ਵੀ ਤੁਸੀਂ ਵਿਰਲਿਆਂ ਦੇ ਵਿੱਚ ਲੈ ਕੇ ਆਓ, ਸਾਨੂੰ ਵੀ ਤੁਸੀਂ ਉੱਤਮਾਂ ਦੇ ਵਿੱਚ ਲੈ ਕੇ ਆਓ। ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ ਜੀਵਨ ਦੇ ਵਿੱਚ ਇਹ ਸੂਝ ਬਖਸ਼ਿਸ਼ ਕਰਨ ਕਿ ਇਹ ਜੀਵਨ ਦਾ ਕੁਛ ਪਰਪਜ ਆ, ਅਸੀਂ ਇੱਥੇ ਕੁਛ ਲੈਣ ਆਏ ਹਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਮਿਹਰ ਭਰਿਆ ਹੱਥ ਰੱਖਣ ਤੇ ਸਾਨੂੰ ਇਸ ਸਮਝ ਦੇ ਨਾਲ ਜੋੜਨ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।